ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਸ਼ੁਰੂਆਤ ਕਰਦੇ ਹਾਂ ਅੱਜ ਦੇ ਸੈਗਮੈਂਟ ਦੀ। ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 2021 ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਇਮੀਗ੍ਰੇਸ਼ਨ ਵਾਸਤੇ ਅਪਲਾਈ ਕਰਨ ਲਈ ਸਪਾਂਸਰਸ ਨੂੰ ਇਨਵੀਟੇਸ਼ਨ ਭੇਜੇ ਜਾ ਰਹੇ ਹਨ। ਕੈਨੇਡਾ ਦੇ ਸਿਟੀਜ਼ਨਸ਼ਿਪ ਵਿਭਾਗ ਦਾ ਕਹਿਣਾ ਹੈ ਕਿ ਐਪਲੀਕੈਂਟਸ ਨੂੰ ਰੈਂਡਮਲੀ ਚੁਣਿਆ ਜਾ ਰਿਹਾ ਹੈ ਅਤੇ ਅਗਲੇ 2 ਹਫ਼ਤਿਆਂ ਤੱਕ ਉਹਨਾਂ ਨੂੰ ਇਨਵਾਈਟ ਸੈਂਡ ਕਰ ਦਿੱਤੇ ਜਾਣਗੇ। ਇਮੀਗ੍ਰੇਸ਼ਨ ਵਿਭਾਗ ਵੱਲੋਂ 30,000 ਕੰਪਲੀਟ ਐਪਲੀਕੇਸ਼ਨਸ ਅਸੈਪਟ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਲਿਬਰਲ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਹ ਪ੍ਰੋਸੈਸ ਲਾਟਰੀ ਸਿਸਟਮ ਰਾਹੀਂ ਕੀਤਾ ਜਾ ਰਿਹਾ ਸੀ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਗਿਆ ਸੀ ਤੇ ਇਸੇ ਸੁਨੇਹੇ ਨੂੰ ਅੱਗੇ ਤੋਰਨ ਲਈ ਵੱਖ-ਵੱਖ ਕਮਿਊਨਿਟੀ ਤੱਕ ਪਹੁੰਚਾਉਣ ਲਈ ਵੱਖ-ਵੱਖ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਇਸੇ ਦੇ ਚੱਲਦਿਆਂ ਮਿਸਿਸਾਗਾ ਦੇ ਵਿੱਚ ਗੁਰੂ ਨਾਨਕ ਕਾਰ ਰੈਲੀ ਆਯੋਜਿਤ ਕੀਤੀ ਗਈ, ਜਿਸ ਵਿੱਚ ਇਕੱਠੀ ਕੀਤੀ ਗਈ ਰਕਮ ਦੇ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਵੱਲੋਂ ਟੋਰਾਂਟੋ ਆਟੋ ਸਪੋਰਟ ਕਲੱਬ ਦੇ ਸਹਿਯੋਗ ਦੇ ਨਾਲ 22ਵੀਂ ਕਾਰ ਰੈਲੀ ਆਯੋਜਿਤ ਕੀਤੀ ਗਈ। ਇਹ ਰੈਲੀ ਡੇਰੀ ਰੋਡ ਉੱਤੇ ਸਥਿਤ ਪੌਲ ਕਾਫੀ ਪਾਰਕ ਦੇ ਵਿੱਚ ਕੀਤੀ ਗਈ ਸੀ। ਪਿਛਲੇ 22 ਸਾਲਾਂ ਤੋਂ ਆਯੋਜਿਤ ਕੀਤੀ ਜਾ ਰਹੀ ਗੁਰੂ ਨਾਨਕ ਕਾਰ ਰੈਲੀ ਇਸੇ ਪਾਰਕ ਤੋਂ ਸ਼ੁਰੂ ਕਰਕੇ ਇੱਥੇ ਹੀ ਸਮਾਪਤ ਕੀਤੀ ਜਾਂਦੀ ਹੈ। ਇਹ ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਅਸੀਂ ਇਸ ਵਾਰੀ 22ਵੀਂ ਗੁਰੂ ਨਾਨਕ ਕਾਰ ਰੈਲੀ ਕਰਵਾ ਰਹੇ ਹਾਂ ਔਰ ਇਸ ਕਾਰ ਰੈਲੀ ਦਾ ਮੰਤਵ ਜਿਹੜਾ ਹੈ ਉਹ ਫਰੰਟ ਲਾਈਨ ਵਰਕਰਸ ਨੂੰ ਡੈਡੀਕੇਟ ਕੀਤਾ ਤੇ ਉਹਨਾਂ ਨੂੰ ਆਨਰ ਕਰਨਾ ਹੈ ਜਿਨ੍ਹਾਂ ਨੇ ਕੋਵਿਡ ਦੇ ਦਿਨਾਂ ਦੇ ਵਿੱਚ ਸਾਡੀ ਜਿਹੜੀ ਹੈ ਭਾਈਚਾਰੇ ਦੀ ਕਮਿਊਨਿਟੀ ਦੀ ਬਹੁਤ ਸੇਵਾ ਕੀਤੀ ਹੈ, ਜਿਹਦੇ ਵਿੱਚ ਵੱਖ-ਵੱਖ ਹੈਲਥ ਪ੍ਰੋਫੈਸ਼ਨਲਸ, ਪੁਲਿਸ ਅਤੇ ਇਸ ਦੇ ਨਾਲ ਟਰੱਕਿੰਗ ਐਸੋਸੀਏਸ਼ਨ, ਟਰੱਕਰਸ ਜਿਹੜੇ ਹਨ ਜੀ ਉਹ ਸਾਰੇ ਦੇ ਸਾਰੇ ਸ਼ਾਮਲ ਹਨ। ਅਤੇ ਇਹਦੇ ਨਾਲ ਇਹਦੇ ਵਿੱਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਸ਼ਾਇਦ ਅਸੀਂ ਨਹੀਂ ਜਾਣਦੇ, ਜਿਨ੍ਹਾਂ ਨੂੰ ਅਨਸੰਗ ਹੀਰੋ ਕਿਹਾ ਜਾਂਦਾ। ਸੋ ਉਹ ਸਾਰੇ ਵਿਅਕਤੀ ਲੋਕ ਜਿਹੜੇ ਕੋਈ ਨਾ ਕੋਈ ਕਿੱਤੇ ਦੇ ਵਿੱਚ ਜਿਹੜੇ ਹਨ ਜੀ ਉਹ ਲੱਗੇ ਹੋਏ ਸਨ। ਸੋ ਇਹ ਸਾਡਾ ਮਕਸਦ ਇਸ ਕਾਰ ਰੈਲੀ ਦਾ ਇਸ ਵਾਰੀ ਹੈ। ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਆਫ ਕੈਨੇਡਾ ਜਿਹੜੀ ਹੈ ਜੀ ਇਹ ਪਿਛਲੇ ਤਕਰੀਬਨ 23 ਸਾਲ ਹੋ ਗਏ ਨੇ। 1999 'ਚ ਪਹਿਲੀ ਗੁਰੂ ਨਾਨਕ ਕਾਰ ਰੈਲੀ ਤੋਂ ਸ਼ੁਰੂ ਕੀਤਾ ਸੀ ਅਤੇ ਫੰਡ ਰੇਜ਼ ਅਸੀਂ ਜਿਹੜੇ ਹਾਂਜੀ ਸ਼ੁਰੂਆਤੀ ਦੌਰ ਦੇ ਵਿੱਚ ਹਸਪਤਾਲਾਂ ਲਈ ਅਤੇ ਚੰਗੇ ਕੰਮਾਂ ਦੇ ਲਈ ਜਿਹੜੇ ਹਾਂਜੀ ਕੀਤੇ ਨੇ ਔਰ ਬਰੈਂਪਟਨ ਸਿਵਿਕ ਹੌਸਪੀਟਲ ਲਈ $250,000 ਅਸੀਂ 2014 ਦੇ ਵਿੱਚ ਫੰਡ ਰੇਜ਼ ਕੀਤਾ ਸੀ। ਉਸ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਦੌਰਾਨ ਅਸੀਂ ਜਿਹੜਾ ਹੈ ਕਰੈਟ ਵੈਲੀ ਹੌਸਪੀਟਲ, ਇਟੋਬੀਕੋ ਜਨਰਲ ਹੌਸਪੀਟਲ ਅਤੇ ਵਿਲੀਅਮ ਔਸਲਰ ਦੇ ਜਿਹੜੇ ਹੌਸਪੀਟਲ ਨੇ ਉਹਨਾਂ ਲਈ ਅਸੀਂ ਫੰਡ ਰੇਜ਼ ਕਰਦੇ ਆਏ ਹਾਂ ਅਤੇ ਸਿੱਕਿਡ ਹੌਸਪੀਟਲ ਲਈ ਵੀ ਫੰਡ ਰੇਜ਼ ਕੀਤਾ ਗਿਆ। ਅਤੇ ਇਹਦੇ ਨਾਲ ਜੇ ਕੋਈ ਹੋਰ ਜਿਹੜੀਆਂ ਸੰਸਥਾਵਾਂ ਨੇ, ਜਿਵੇਂ ਸਾਡੇ ਨਾਲ ਇਸ ਵਕਤ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਸ ਫਾਊਂਡੇਸ਼ਨ ਅਤੇ ਸਹਾਇਤਾ ਆਰਗੇਨਾਈਜੇਸ਼ਨ ਜਿਹੜੀ ਉਹ ਨਾਲ ਸਾਡੇ ਐਜ਼ ਏ ਈਵੈਂਟ ਸਪੋਰਟਰ ਆਈ ਹੈ। ਸੋ ਅਸੀਂ ਉਹਨਾਂ ਦੇ ਕਾਜ਼ ਦੇ ਵਿੱਚ ਜਿਹੜਾ ਉਹਨਾਂ ਨੂੰ ਕੁਛ ਹੁੰਦਾ ਤਾਂ ਅਸੀਂ ਉੱਥੇ ਵੀ ਦਾਨ ਜਿਹੜਾ ਹੈ ਜੀ ਉਹ ਕੋਸ਼ਿਸ਼ ਕਰੀ ਦੀ ਹੈ ਡੋਨੇਸ਼ਨ ਦੇਣ ਦੀ ਔਰ ਸਾਰੇ ਭਾਈਚਾਰੇ ਤੋਂ, ਬਿਜ਼ਨਸਮੈਨ ਭਰਾਵਾਂ ਤੋਂ ਇਕੱਠਾ ਕਰਕੇ ਅਸੀਂ ਸਭ ਤੋਂ ਅੱਛੇ ਕੰਮ ਕਰੀਏ। ਸਾਡਾ ਨਾਂ ਆ ਅੱਜ ਤੁਸੀਂ ਜਿੰਨਿਆਂ ਨੇ ਹੈਲਪ ਕੀਤੀ ਹੈ ਸਾਡੇ ਕਰੋਨਾ ਦੇ ਵਿੱਚ ਜਾ ਕੇ ਸਿੰਘਾਂ ਨੇ ਡਿਵਾਈਡ ਕੀਤਾ, ਜਾ ਕੇ ਰਾਸ਼ਨ ਪਾਣੀ ਖਾਣ ਦਿਆ, ਰੋਟੀ ਪਾਣੀ ਦਾ ਦਿਨ ਰਾਤ ਮੁੰਡਿਆਂ ਨੇ ਟਰੱਕ ਚਲਾਏ ਆ। ਉਹਨਾਂ ਦਾ ਤਹਿ ਦਿਲੋਂ ਧੰਨਵਾਦ ਇਸ ਸੁਸਾਇਟੀ ਵੱਲੋਂ ਅਸੀਂ ਕਰਦੇ ਹਾਂ। ਉਹਨਾਂ ਨੇ ਬਹੁਤ ਅੱਛਾ ਸਫ਼ਰ ਕੀਤਾ, ਸਾਡਾ ਨਾਂ ਰੱਖਿਆ। I'm really excited to be here today at the Guru Nanak car rally. Right behind me, as you can see, there's a lot going on, and I'm just so grateful to have this opportunity to be here today. I want to send a special shout out to the amazing sponsors, to the organizers of this event, as well as those volunteers who've dedicated their time to make this event happen. ਇਹਨਾਂ ਸਾਰੀ ਟੀਮ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਕਿ ਹਰ ਸਾਲ ਇੱਦਾਂ ਹੀ ਇਸ ਇਨੀਸ਼ੀਏਟਿਵ ਇਵੈਂਟ ਨੂੰ ਰੱਖਦੇ, ਆਰਗੇਨਾਈਜ਼ ਕਰਦੇ ਅਤੇ ਬਹੁਤ ਜ਼ਿਆਦਾ ਲੋਕ ਹੁੰਦੇ ਆ। ਹੁਣ ਪਿਛਲੇ ਸਾਲ ਕੋਵਿਡ ਕਰਕੇ ਨਹੀਂ ਸੀ ਕਰ ਹੋਏ, ਬਟ ਦਿਸ ਈਅਰ we're able to see it organized ਅਤੇ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਇਸ ਸਾਲ ਜੇ ਨਹੀਂ ਅਗਲੇ ਸਾਲ ਜ਼ਰੂਰ ਤੁਸੀਂ ਆਉਣਾ। ਬਹੁਤ ਵਧੀਆ ਕਾਜ਼ ਵਾਸਤੇ ਇਹ ਜਿਹੜੇ ਚੈਰੀਟੇਬਲ ਗਰੁੱਪਸ ਨੇ ਉਹਨਾਂ ਨੂੰ ਪੈਸੇ ਦਿੰਦੇ ਆ। ਹਮੇਸ਼ਾ ਹਰੇਕ ਸਾਲ ਇਹ ਜਿਹੜੀ ਕਾਰ ਰੈਲੀ ਆ ਓਬਵੀਅਸਲੀ ਗੁਰੂ ਨਾਨਕ ਦੇਵ ਜੀ ਦੇ ਮੈਮਰੀ ਦੇ ਵਿੱਚ ਇਹ ਹੁੰਦੀ ਆ। ਬਹੁਤ ਵਧੀਆ ਲੱਗਦਾ ਕਰਕੇ ਇੱਕ ਤਾਂ ਆਪਾਂ ਅਵੇਅਰਨੈਸ ਕਰਦੇ ਆ ਸਾਡੇ ਪਹਿਲੇ ਗੁਰੂ 'ਤੇ, ਬਟ ਦੂਜੀ ਗੱਲ ਆ ਇਹ ਜਿਹੜਾ ਸੋਸ਼ਲ ਕਾਜ਼ ਆ ਜਿਹੜੀ ਕੰਟਰੀਬਿਊਸ਼ਨ ਬੈਕ ਇਨਟੂ ਸੋਸਾਇਟੀ ਆ, ਇਹਦੇ ਵਿੱਚ ਆਪਾਂ ਇਸ ਆਰਗੇਨਾਈਜੇਸ਼ਨ ਦਾ ਜ਼ਰੂਰ ਸਲਾਮ ਕਰਦੇ ਆ, ਥੈਂਕ ਕਰਦੇ ਆ ਕਰਕੇ ਬਹੁਤ ਵਧੀਆ ਇਨੀਸ਼ੀਏਟਿਵ ਲੈ ਰਹੇ ਆ। Whether it was for our hospitals,
ਜਿਹੜੇ ਇੱਥੇ ਫੰਡ ਇਕੱਠੇ ਹੁੰਦੇ ਆ ਥੋੜ੍ਹੇ ਬਹੁਤ, ਉਹ ਆਪਣੇ ਬਰੈਂਪਟਨ ਹਸਪੀਟਲ ਲਈ ਜਾਂਦੇ ਆ, ਜਿਹੜੇ ਕਿ ਬਹੁਤ ਜ਼ਰੂਰਤ ਆ, ਖਾਸ ਕਰਕੇ ਇਸ ਕੋਵਿਡ ਦੇ ਦੌਰਾਨ ਸਾਨੂੰ ਕਮਿਊਨਿਟੀ ਨੂੰ ਚਾਹੀਦਾ ਕਿ ਇਸ ਤਰੀਕੇ ਨਾਲ ਇਹਨਾਂ ਨੂੰ ਪਾਰਟੀਸਪੇਟ ਕਰੋ ਅਤੇ ਆਪਣੇ ਬਰੈਂਪਟਨ ਹਸਪੀਟਲ ਦੀ ਜਾਂ ਕਿਸੇ ਵੀ ਹਸਪੀਟਲ ਦੀ ਜਿੱਥੇ ਜ਼ਰੂਰਤ ਹੈਗੀ ਆ ਉਹਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਇਹਦੇ ਵਿੱਚ ਸਹਿਯੋਗ ਦੇਣ ਵਾਲੇ, ਪਾਰਟੀਸਪੇਟ ਕਰਨ ਵਾਲੇ ਸਾਰੇ ਭੈਣਾਂ ਭਰਾਵਾਂ ਦਾ, ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਔਰ ਅਸੀਂ ਆਸ ਰੱਖਦੇ ਹਾਂ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਿੰਨੇ ਵੀ ਪਾਰਟੀਸਪੈਂਟ ਆ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਇਹ ਕਾਰਜ ਨੂੰ ਕਾਮਯਾਬ ਕਰਨ ਵਿੱਚ ਬਖਸ਼ਿਸ਼ ਕਰਨ। ਤੁਸੀਂ ਤਿੰਨੋਂ ਕੋ-ਫਾਊਂਡਰ ਹੈਗੇ ਆ ਅਸੀਸ ਫਾਊਂਡੇਸ਼ਨ ਦੇ, ਤੇ ਅਸੀਂ ਆਏ ਹੈਗੇ ਆ ਇੱਥੇ ਗੁਰੂ ਨਾਨਕ ਕਾਰ ਰੈਲੀ ਸਪੋਰਟ ਕਰਨ ਵਾਸਤੇ, 22nd ਐਨੂਅਲ ਗੁਰੂ ਨਾਨਕ ਕਾਰ ਰੈਲੀ। ਤੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਆ ਕਿ ਸਾਰੀਆਂ ਆਰਗੇਨਾਈਜੇਸ਼ਨਸ ਵੀ ਆਈਆਂ ਹੋਈਆਂ ਨੇ, ਸਾਡਾ ਵੀ ਬੂਥ ਲੱਗਿਆ ਹੋਇਆ ਤੇ ਬਹੁਤ ਸਾਰੇ ਕਮਿਊਨਿਟੀ ਬਾਹਰ ਆਈ ਹੋਈ ਹੈ ਸਪੋਰਟ ਕਰਨ ਨੂੰ। ਸੋ ਰੀਲੀ ਇਟ ਫੀਲਸ ਰੀਲੀ ਨਾਈਸ ਕਿ ਪੂਰੀ ਕਮਿਊਨਿਟੀ ਇਜ਼ ਕਮਿੰਗ ਟੁਗੇਦਰ ਫॉर ਸੱਚ ਅ ਗ੍ਰੇਟ ਕਾਜ਼। ਪੈਂਡੈਮਿਕ ਤੋਂ ਬਾਅਦ ਪਹਿਲੀ ਵਾਰ ਇਹ ਕਾਰ ਰੈਲੀ ਆਯੋਜਿਤ ਕੀਤੀ ਗਈ ਸੀ, ਜਿੱਥੇ ਲੋਕਾਂ ਦੀ ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖਿਆ ਗਿਆ। ਇਸ ਦੌਰਾਨ ਸਾਰੇ ਉਮਰ ਵਰਗ ਦੇ ਲੋਕੀ ਹਾਜ਼ਰ ਸਨ। ਕਈ ਗੇਮਸ ਵੀ ਰੱਖੀਆਂ ਗਈਆਂ ਅਤੇ ਇਹਨਾਂ ਮੁਕਾਬਲਿਆਂ ਦੇ ਵਿੱਚ ਜੇਤੂ ਰਹੇ ਲੋਕਾਂ ਨੂੰ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। ਵਿਲੀਅਮ ਔਸਲਰ ਹਸਪੀਟਲ ਸਿਵਿਕ, ਜਿਹਦੇ ਵਿੱਚ ਐਮਰਜੈਂਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਜਿਹੜਾ ਪਿਛਲੇ ਟਾਈਮ ਦੇ ਵਿੱਚ ਕਮਿਊਨਿਟੀ ਨੇ ਇੱਕ ਵਿੰਗ ਜਿਹੜਾ ਆਪਾਂ ਸਥਾਪਿਤ ਕੀਤਾ ਸੀਗਾ, ਉਸ ਵੇਲੇ ਵੀ ਜਦੋਂ ਹਸਪੀਟਲ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਕਮਿਊਨਿਟੀ ਨੇ ਇੱਕ ਹੁਲਾਰਾ ਅਤੇ ਇੱਕ ਵੱਡੇ ਪੱਧਰ ਦੇ ਉੱਤੇ ਜਿਹੜਾ ਫੰਡ ਰੇਜ਼ ਇਕੱਠਾ ਕੀਤਾ ਸੀਗਾ ਅਤੇ ਆਪਾਂ ਸਾਰੇ ਉੱਤੋਂ ਜਾਣਦੇ ਹਾਂ। ਅਤੇ ਇਹ ਉਸੇ ਹੀ ਚੀਜ਼ ਦੇ ਸੰਦਰਭ ਦੇ ਵਿੱਚ ਜਿਹੜੀ ਰੈਲੀ ਆ, ਇਹ ਗੁਰੂ ਨਾਨਕ ਕਾਰ ਰੈਲੀ ਜਿਹੜੀ ਆ, ਉਹਨਾਂ ਦੀ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਆ ਉਹ ਹਰ ਸਾਲ ਜਿਹੜੀ ਆ ਇਹ ਆਰਗੇਨਾਈਜ਼ ਕੀਤੀ ਜਾਂਦੀ ਆ। ਲਾਸਟ ਅੱਜ ਵੀ ਮੈਂ ਸਮਝਦਾ ਕਿ ਉਹ ਜਿਹੜੇ ਇੱਥੇ ਪ੍ਰਬੰਧ ਕਰਨਗੇ, ਬਾਕੀ ਵਿਦਿਅਕ ਤੌਰ 'ਤੇ ਵੀ ਉਹ ਪ੍ਰਬੰਧ ਕਰ ਰਹੇ ਨੇ, ਚੰਗਾ ਇੰਤਜ਼ਾਮ ਕੀਤਾ ਹੈ। ਇੱਥੇ ਮੈਂ ਦੇਖਿਆ ਕਿ ਭਾਈ ਕਾਹਨ ਸਿੰਘ ਨਾਭਾ ਵਗੈਰਾ, ਜਿਹੜੇ ਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਬਾਰੇ, ਉਹਨਾਂ ਨੇ ਪੋਸਟਰ ਲਾਏ ਨੇ, ਹੋਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਬਹੁਤ ਹੀ ਨੋਬਲ ਕਾਜ਼ ਆ, ਸੋ ਜ਼ਰੂਰ ਸਾਰਿਆਂ ਨੂੰ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਆ। ਟਰੱਕਰ ਭਾਈਚਾਰੇ ਨੂੰ, ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਥੇ ਜ਼ਰੂਰ ਪਹੁੰਚੋ, ਇਸ ਸਾਲ ਪਹੁੰਚੋ। ਅੱਜ ਨਹੀਂ ਆ ਸਕਦੇ, ਅਗਲੇ ਸਾਲ ਲਈ ਆਪਣਾ ਪ੍ਰੋਗਰਾਮ ਬਣਾਓ। ਉਹਦੇ 'ਚ ਇਹ ਆ ਕਿ ਪਰਿਵਾਰਕ ਇੱਕ ਫੰਕਸ਼ਨ ਹੈ, ਸੋ ਇੱਕ ਬੜਾ ਵਧੀਆ ਇੱਥੇ ਮਾਹੌਲ ਆ। ਅਸੀਂ ਬੱਚਿਆਂ ਨੂੰ ਵੀ ਦਰਖਾਸਤ ਕਰਾਂਗੇ ਕਿ ਹੁਣ ਕਿਉਂਕਿ ਦਿਸ ਆਰਗੇਨਾਈਜੇਸ਼ਨ ਇਜ਼ ਗਰੋਇੰਗ ਓਲਡ, ਅਤੇ ਹਰ ਬੱਚਾ ਇਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੇ। ਇਹ ਜਿਹੜਾ ਆਰਗੇਨਾਈਜੇਸ਼ਨ ਹੈ ਉਹ ਇੰਟਰਨੈਸ਼ਨਲ ਕੀਰਤਨ ਕੰਪੀਟੀਸ਼ਨ ਵੀ ਕਰਾਉਂਦੀ ਹੈਗੀ ਹੈ, ਜਿਹੜਾ ਹਰ ਸਾਲ ਬਿਨਾਂ ਕਿਸੇ ਅੜਚਨ ਤੋਂ ਹੁੰਦਾ ਪਿਆ ਹੈਗਾ। ਔਰ ਉਹ ਕੀਰਤਨ ਦੇ ਵਿੱਚ ਕਾਫੀ ਜ਼ਿਆਦਾ ਸ਼ਮੂਲੀਅਤ ਹੁੰਦੀ ਹੈਗੀ ਹੈ, ਕਾਫੀ ਇੰਟਰਨੈਸ਼ਨਲ ਰਾਗੀ ਜਥੇ ਆਉਂਦੇ ਹੈਗੇ ਨੇ ਔਰ ਬੱਚੇ ਵੀ ਬਹੁਤ ਪਾਰਟੀਸਪੇਟ ਕਰਦੇ, ਬੜੇ ਉਤਸ਼ਾਹ ਤੇ ਬੜੇ ਉਹਦੇ ਇੱਕ ਐਨਕਰੇਜਮੈਂਟ ਦੇ ਨਾਲ ਪਾਰਟੀਸਪੇਟ ਕਰਦੇ ਹੈਗੇ ਨੇ। ਮੇਰੀ ਆਪਣੀ ਫਾਊਂਡੇਸ਼ਨ ਹੈ, ਉਸ ਫਾਊਂਡੇਸ਼ਨ ਦਾ ਨਾਮ ਹੈ ਸਿੱਖ ਸਪਿਰਿਟ ਬਾਨ ਫਾਊਂਡੇਸ਼ਨ, ਔਰ ਉਸ ਫਾਊਂਡੇਸ਼ਨ ਦਾ ਕੰਮ ਇਹ ਹੈ ਕਿ ਸਾਰੀ ਦੁਨੀਆ ਦੇ ਉੱਤੋਂ ਸਿੱਖ ਆਰਟ ਇਕੱਠਾ ਕਰਨਾ ਅਤੇ ਉਹਨੂੰ ਐਜ਼ ਏ ਐਜੂਕੇਸ਼ਨਲ ਪੀਸ ਪਾਰਲੀਮੈਂਟ 'ਚ ਦਿਖਾਉਣਾ ਔਰ ਸਾਰੀ ਦੁਨੀਆ ਨੂੰ ਦਿਖਾਉਣਾ ਉਹ ਆਰਟ। ਔਰ ਮੈਂ ਆਲਰੇਡੀ 2009 ਦੇ ਵਿੱਚ ਮੈਂ ਆਟਵਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਐਗਜ਼ੀਬਿਸ਼ਨ ਲਗਾਈ ਸੀ, ਜਿਸ ਤਰ੍ਹਾਂ ਦੀ ਥੋੜ੍ਹੀ ਬਹੁਤੀ ਤੁਸੀਂ ਉਹਦਾ ਹਿੱਸਾ ਇੱਥੇ ਦੇਖ ਰਹੇ ਹੋ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਕਮਿਊਨਿਟੀ ਫਾਊਂਡੇਸ਼ਨ ਵੱਲੋਂ ਹਰ ਸਾਲ ਰੈਲੀ ਰਾਹੀਂ ਇਕੱਤਰ ਕੀਤੇ ਜਾਂਦੇ ਫੰਡਸ ਦੇ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਕੈਮਰਾ ਪਰਸਨ ਮਨਿੰਦਰ ਜਸਲ ਦੇ ਨਾਲ ਜਸਲੀਨ ਕੌਰ, PTC ਨਿਊਜ਼, ਮਾਲਟਨ, ਕੈਨੇਡਾ। ਤੇ ਹੁਣ ਰੁਕ ਕਰਾਂਗੇ ਰਜਾਇਨਾ ਦਾ। ਰਜਾਇਨਾ ਦੇ ਹਿੰਦੂ ਟੈਂਪਲ ਦੀ ਦੇਖ-ਰੇਖ ਲਈ ਵੱਖ-ਵੱਖ ਕਮਿਊਨਿਟੀ ਵੱਲੋਂ ਰਲ ਕੇ ਫੰਡ ਰੇਜ਼ਿੰਗ ਇਵੈਂਟ ਰੱਖਿਆ ਗਿਆ।
ਹਰ ਕਮਿਊਨਿਟੀ ਨੇ ਇਸ ਫੰਡਰੇਜ਼ਰ ਲਈ ਸਹਿਯੋਗ ਦਿੱਤਾ ਤੇ ਇਸ ਰਾਹੀਂ $4000 ਫੰਡਸ ਵਜੋਂ ਇਕੱਤਰ ਕੀਤੇ ਗਏ ਜੋ ਹਿੰਦੂ ਟੈਂਪਲ ਦੀ ਦੇਖ-ਰੇਖ ਲਈ ਵਰਤੇ ਜਾਣਗੇ। ਜ਼ਿਕਰਯੋਗ ਹੈ ਕਿ ਇਹ ਫੰਡਰੇਜ਼ਿੰਗ ਪਿਛਲੇ 11 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਹਰ ਵਾਰ ਕਮਿਊਨਿਟੀ ਵੀ ਇਸ ਇਵੈਂਟ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। बड़ी खुशी हुई है इन्हों के फंड रेजिंग ते मैं भी आया अज ते सिख भी इत्थे देखे और क्रिश्चियन भी इत्थे आए और हिंदू भी इत्थे आए और इंडिया और पाकिस्तान तो और मैं ईवन कुछ अपने दोस्त देखे ने जिहड़े दुबई तो भी आए हुए ने नवे इत्थे मूव होए ने एंड दे आर आल्सो हेल्पिंग दिस फंड रेजिंग। I just want to say thanks to all the community members who are coming and supporting the fundraising events here. And we have all the community members from Canadian community, we have from Sikh community, we have Guru Nanak Kitchen, and everybody is here. And thank you so much for supporting our fundraising cause. It's very important. It unites the community. We all are working together. We have a representation from political persons, MLAs, and potential MP candidates. Everybody is here. So we cannot thank for the support, and I want to thank all of you guys for coming, being here. ਚੌਂ ਧਰਮਾਂ ਤੋਂ ਉਪਦੇਸ਼ ਸਾਂਝਾ। ਜੇ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ ਤੇ ਦੇਖਦੇ ਹੋ ਉੱਥੇ 4 ਦਰਵਾਜ਼ੇ ਆ। ਬਹੁਤ ਲੋਕ ਪੁੱਛਦੇ ਆ ਇਹਨਾਂ 4 ਦਰਵਾਜ਼ਿਆਂ ਦਾ ਮਕਸਦ ਕੀ ਸੀ, ਇਹਨਾਂ ਦਾ ਮਤਲਬ ਕੀ ਸੀ। ਹਰ ਇੱਕ ਕਵੀਸ਼ਰ ਆਪਣੇ ਸਮਝ ਦੇ ਹਿਸਾਬ ਨਾਲ ਜਾਂ ਜੋ ਕੁਛ ਵੀ ਉਹਨਾਂ ਨੇ ਪੜ੍ਹਿਆ ਇਤਿਹਾਸ ਉਹਦੇ ਹਿਸਾਬ ਨਾਲ ਉੱਥੇ ਜ਼ਰੂਰ ਕੁਛ ਨਾ ਕੁਛ ਦੱਸ ਕੇ ਜਾਂਦੇ ਆ, ਕੋਈ ਸਟੋਰੀ ਉਹਦੀ ਜ਼ਰੂਰ ਸਾਹਮਣੇ ਲਿਆਉਂਦੇ ਆ। ਔਰ ਵਾਕਿਆ ਹੀ ਸਾਡਾ ਇਤਿਹਾਸ, ਸਾਡਾ ਪਿਛੋਕੜ ਜੋ ਹਿਸਟਰੀ ਐਡੀ ਲੰਬੀ ਚੌੜੀ ਆ, ਇੱਕ ਬੰਦੇ ਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ ਗਾ ਔਰ ਇਕੱਲਾ ਬੰਦਾ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਮੋਹਰ ਨਹੀਂ ਰੱਖ ਸਕਦਾ ਸਹੀ ਆ ਜਾਂ ਗਲਤ ਹੈ। ਪਰ ਜਿੱਥੇ ਅਸੀਂ ਆਮ ਤੌਰ 'ਤੇ ਕਹਿ ਦਿੰਦੇ ਆ ਕਿ ਇਹ 4 ਦਰਵਾਜ਼ੇ ਜਿਹੜੇ ਆ ਇਹ ਸਾਰੇ ਧਰਮਾਂ ਵਾਸਤੇ ਆ ਕਿ ਕਿਸੇ ਧਰਮ ਦਾ ਵੀ ਬੰਦਾ ਇੱਥੇ ਆ ਕੇ ਇਹ ਇੱਥੇ ਆਪਣਾ ਨਮਸਤਕ ਹੋ ਸਕਦਾ, ਇੱਥੇ ਪ੍ਰਸ਼ਾਦਾ ਛਕ ਸਕਦਾ ਹੈ। ਸੋ ਇਹ ਚੀਜ਼ਾਂ ਪ੍ਰੈਕਟੀਕਲੀ ਅਸੀਂ ਕਹਿੰਦੇ ਰਹਿੰਦੇ ਆ ਵੀ ਜੋ ਵੀ ਅਸੀਂ ਕਹਿੰਦੇ ਆ ਜਾਂ ਸਾਡੇ ਗੁਰੂ ਸਾਹਿਬ ਨੇ ਕਿਹਾ ਉਹ ਚੀਜ਼ਾਂ ਅਸੀਂ ਪ੍ਰੈਕਟੀਕਲੀ ਕਰਦੇ ਆ, ਉਹਨਾਂ ਨੂੰ ਅਸੀਂ ਸਿਰਫ ਗੱਲਾਂ 'ਚ ਨਹੀਂ ਕਰਦੇ। ਸੋ ਪ੍ਰੈਕਟੀਕਲੀ ਜੇ ਦੇਖਿਆ ਜਾਵੇ ਤੇ ਇਹ ਅੱਜ ਅਸੀਂ ਹਿੰਦੂ ਟੈਂਪਲ ਰਜਾਈਨਾ ਇੱਥੇ ਖੜੇ ਆ। ਇਹਨਾਂ ਨੇ ਇੱਕ ਫੰਡ ਰੇਜ਼ਿੰਗ ਪ੍ਰੋਗਰਾਮ ਰੱਖਿਆ ਸੀਗਾ ਜਿਸ ਦੇ ਵਿੱਚ ਇਹਨਾਂ ਫੰਡ ਰੇਜ਼ਿੰਗ ਕਰਨੀ ਸੀ ਤੇ ਇੱਥੇ ਹਰ ਧਰਮ ਦਾ ਬੰਦਾ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਇੱਥੇ ਪਹੁੰਚੇ ਆ ਔਰ ਉਹਨਾਂ ਨੇ ਇੱਥੇ ਆ ਕੇ ਆਪਣਾ ਜਿੰਨਾ ਵੀ ਯੋਗਦਾਨ ਬਣਿਆ ਉਹ ਪਾਇਆ। ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ NRI ਵਰਲਡ ਦੇ ਵਿੱਚ। ਵਾਟਰਲੂ ਦੇ ਰਹਿਣ ਵਾਲੇ 15 ਸਾਲਾ ਵਿਦਿਆਰਥੀ ਹਰਦਿਤ ਸਿੰਘ ਨੇ ਕੌਮਾਂਤਰੀ ਵਿਗਿਆਨ ਮੇਲੇ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਹਰਦਿਤ ਸਿੰਘ ਵੱਲੋਂ ਬਣਾਇਆ ਗਿਆ ਆਈ ਕੇਅਰ ਪ੍ਰੋਜੈਕਟ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਵਿਗਿਆਨੀਆਂ ਲਈ ਕਰਵਾਏ ਗਏ ਯੂਰਪੀ ਯੂਨੀਅਨ ਕੰਟੈਸਟ ਦੇ ਵਿੱਚ ਭੇਜਿਆ ਗਿਆ ਸੀ, ਜਿਸ ਨੇ ਦੂਜਾ ਇਨਾਮ ਜਿੱਤ ਲਿਆ ਹੈ। ਸਪੇਨ ਦੇ ਸਲਾਮਾਂਕਾ ਸ਼ਹਿਰ ਦੇ ਵਿੱਚ ਨੌਜਵਾਨ ਵਿਗਿਆਨੀਆਂ ਲਈ ਯੂਰਪੀ ਯੂਨੀਅਨ ਕੰਟੈਸਟ ਕਰਵਾਏ ਗਏ। ਇਹਨਾਂ ਮੁਕਾਬਲਿਆਂ ਲਈ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਨੇ ਆਪਣੇ ਸਭ ਤੋਂ ਵਧੀਆ ਸਾਇੰਸ ਫੇਅਰ ਪ੍ਰੋਜੈਕਟ ਪੇਸ਼ ਕੀਤੇ। ਇਸੇ ਤਰ੍ਹਾਂ ਵਾਟਰਲੂ ਦੇ ਨੌਜਵਾਨ ਵਿਦਿਆਰਥੀ ਹਰਦਿਤ ਸਿੰਘ ਵੱਲੋਂ ਬਣਾਇਆ ਗਿਆ ਆਈ ਕੇਅਰ ਪ੍ਰੋਜੈਕਟ ਵੀ ਕੈਨੇਡਾ ਵੱਲੋਂ ਇਸ ਕੌਮਾਂਤਰੀ ਵਿਗਿਆਨ ਮੇਲੇ ਦੇ ਵਿੱਚ ਭੇਜਿਆ ਗਿਆ ਸੀ, ਜੋ ਕਿ ਜੱਜਸ ਨੂੰ ਵਧੀਆ ਲੱਗਿਆ ਤੇ ਇਸ ਦੇ ਚਲਦਿਆਂ ਹਰਦਿਤ ਸਿੰਘ ਦੇ ਇਸ ਪ੍ਰੋਜੈਕਟ ਨੇ ਮੇਲੇ ਵਿੱਚ ਦੂਜਾ ਇਨਾਮ ਜਿੱਤ ਲਿਆ। ਜ਼ਿਕਰਯੋਗ ਹੈ ਕਿ ਹਰਦਿਤ ਸਿੰਘ ਵੱਲੋਂ ਸਪੈਕੂਲਰ ਨਾਮ ਦੇ ਨਾਲ ਬਣਾਏ ਗਏ ਇਸ ਆਈ ਕੇਅਰ ਪ੍ਰੋਜੈਕਟ ਰਾਹੀਂ ਅੱਖਾਂ ਦੇ ਇਲਾਜ ਨੂੰ ਸਸਤਾ ਅਤੇ ਪਹੁੰਚਯੋਗ ਬਣਾਉਣ ਦੇ ਵਿੱਚ ਮਦਦ ਮਿਲੇਗੀ। ਇਹ ਸਫਲਤਾ ਹਾਸਲ ਕਰਨ ਮਗਰੋਂ ਹਰਦਿਤ ਸਿੰਘ ਨੇ ਕਿਹਾ ਕਿ ਇਸ ਕੌਮਾਂਤਰੀ ਪੱਧਰ ਦੇ ਵਿਗਿਆਨ ਮੇਲੇ ਦੇ ਵਿੱਚ ਬਹੁਤ ਵਧੀਆ ਪ੍ਰੋਜੈਕਟ ਆਏ ਹੋਏ ਸਨ ਤੇ ਉਸ ਦੇ ਪ੍ਰੋਜੈਕਟ ਨੂੰ ਦੂਜਾ ਸਥਾਨ ਮਿਲਣ ਉੱਤੇ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਕਿਚਨਰ ਦੇ ਵਿੱਚ ਕੈਮਰੂਨ ਹਾਈਟਸ ਕਾਲਜੀਏਟ ਇੰਸਟੀਚਿਊਟ ਦੇ ਵਿੱਚ 10ਵੀਂ ਜਮਾਤ ਦੇ ਵਿੱਚ ਪੜ੍ਹਦੇ ਹਰਦਿਤ ਸਿੰਘ ਨੇ ਇਹਨਾਂ ਕੌਮਾਂਤਰੀ ਮੁਕਾਬਲਿਆਂ ਦੇ ਵਿੱਚ ਵਰਚੁਅਲੀ ਹਿੱਸਾ ਲਿਆ ਸੀ। ਕੈਨੇਡਾ ਵਿੱਚ ਨੌਜਵਾਨਾਂ ਵੱਲੋਂ ਆਪਣਾ ਟੈਲੈਂਟ ਵੱਖ-ਵੱਖ ਫੀਲਡਸ ਰਾਹੀਂ ਅੱਗੇ ਲਿਆਂਦਾ ਜਾ ਰਿਹਾ ਹੈ। ਇਸੇ ਤਰ੍ਹਾਂ ਇੱਕ ਨੌਜਵਾਨ ਹੈ ਅਜੇ ਫਰੀਜ਼, ਜੋ ਕਿ ਅਮਰੀਕਨ ਬੌਰਨ ਅਤੇ ਕੈਨੇਡੀਅਨ ਬੇਸਡ ਹੈ ਅਤੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਨਾਮ ਖੱਟ ਰਿਹਾ ਹੈ। ਹੈਲੋ ਅਜੇ, ਵੈਲਕਮ ਟੂ PTC ਪੰਜਾਬੀ। Thank you. Hello.
Great to be here. So Ajay, as we know that your debut extended play, Light a Match Then Run, is releasing on October 8. How excited are you and what is the theme of this? I'm so excited. I've been working on this EP for 3 years, and we recorded 6 of my my handwritten songs in New York City with live musicians, and so I really put everything into it. I'm really, really excited. So what is the idea behind this? It's all different songs that blend pop with folk and rock, and all the songs are kind of centered around the theme of love, but not always happy. So Ajay, we have seen that you always try to blend, as you mentioned, you try to blend pop, alt folk and rock. So have you ever thought of blending something with Indian music? Definitely. When I was younger, on a trip to India, I saw harmoniums, and I wanted to buy one so bad, but my parents said it would be too difficult to bring it back to Canada. But I love Indian music. My grandma always is playing Ravi Shankar on the Google Home. And yeah, I'm working with an Indian producer actually right now, not on the songs for the EP, but on my future releases. And so I think we're going to bring in some elements of Indian instruments. Well, that's a great news. Were you always musical or something inspired you? I was musical ever since I was a baby, really. Apparently, my parents say I was always just humming songs and dancing and drumming my hands on stuff. So it's kind of been in me forever. How many songs do you usually write, and do you actually finish those songs? I don't finish probably 93% of the songs I write. So I've probably started maybe 400 or 500 songs in my life, but I've probably finished like 70. Wow. So how do you judge that, you know, this song has a potential and you have to finish it, or how do you judge that, how important this song is to finish for you? I think the most important songs to finish usually just end up getting finished because I'm running on the inspiration from them. So yeah, it's just kind of the ones that end up getting finished. It's kind of a system that sorts itself out, you know? Do you really sit down and write music, or it just comes to your mind? Wow, these are great questions. This is, for me, it always has just come to my head. Like I could be doing anything. I could be walking to the cafeteria at my university, and just a whole melody and lyric will pop into my head. But in more recent years, I've tried to practice like sitting down and actually writing the songs as a job. Ajay, you have been in the music industry since last many years, and you have been also acting in the indie industry. So we know that music, especially music industry, is vast, and definitely you must have gone through some challenges. So what are the challenges you have experienced so far? In the music industry or the acting industry? Both. I guess the acting industry is challenging because sometimes you can go months and months doing, you know, dozens of auditions and not book anything. But every single audition is really valuable experience for the next one. And then with music, I don't know if I really encountered that many challenges because I just enjoy doing all of it, even the challenging stuff. Ajay, I was reading about you, and I saw in your profile that you work as an actor, lyricist, lead composer, vocalist, guitarist. Is there anything else I'm missing out? Graphic design. I did the graphic design for my cover artwork. Wow. So how do you manage this? I have a lot of free time, and I'm so passionate about it that I just enjoy kind of being in charge of it all. I saw that Jasper is already gaining thousands of streams. So what do you expect from your new EP? You know, I really don't know. I'm just hoping that hundreds of people listen to the whole thing and connect with it, you know? All right. Thank you, Ajay, for joining us. In the end, any message for the viewers?
make sure if you feel comfortable to get your COVID vaccine, because then the sooner we can just go back to normal. And I hope everyone's having a great day. And my EP comes out on October 8th on all streaming services everywhere. And my name is Ajay. All right, thank you. Good luck. Thank you so much. Have a great day. You too. Bye. ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@pdcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PDC ਨਿਊਜ਼ ਦੇ ਨਾਲ।